ਵਾਹਿਗੁਰੂ ਆਪਣੇ ਅਵਤਾਰ ਤਾਂ ਭੇਜਦੇ ਰਹੇ ਆ। ਸੋ ਦਸਮ ਦੀ ਪਾਵਨ ਗੁਰਬਾਣੀ ਦੇ ਵਿੱਚ ਕਿਹਾ ਆ ਕਿ ਜਦੋਂ ਜਦੋਂ ਵੀ ਅਰੈਸਟ ਭਾਵ whenever there was so chaos in the world, ਵਾਹਿਗੁਰੂ did send prophets messengers, but this time the situation had become so dire that ਨਿਰੰਕਾਰ ਨੂੰ ਆਪਣਾ ਨਾਮ ਵਟਾ ਕੇ ਸੋ ਨਾਨਕ ਨਾਮ ਰਖਾ ਕਰਕੇ ਸੰਸਾਰ ਤੇ ਆਉਣਾ ਪਿਆ। ਤੇ ਇਹਦੇ ਵਿੱਚ ਸੋ 5 ਚੀਜ਼ਾਂ ਜਿਹੜੀਆਂ ਅਵਤਾਰ ਦੀਆਂ ਸ਼੍ਰੇਸ਼ਟਤਾ ਨੂੰ ਸਿੱਧ ਕਰਦੀਆਂ। How can we say that Guru Nanak Dev Sahib Ji Maharaj is the greatest? ਪਹਿਲੀ ਚੀਜ਼ ਹੁੰਦੀ ਹੈ ਸ਼ਕਤੀ, power। ਹੁਣ ਆਪਾਂ ਟੀਵੀ ਤੇ ਵੇਖਦੇ ਹਾਂ ਮਹਾਭਾਰਤ, ਰਮਾਇਣ ਆਦਿਕ, ਉਹਨਾਂ ਦੇ ਵਿੱਚ ਇੱਕ ਤੀਰ ਚਲਾਉਂਦੇ ਆ, ਉਹਨਾਂ ਤੀਰਾਂ ਚੋਂ 1000 ਤੀਰ ਨਿਕਲ ਆਉਂਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜੀਵਨ ਨੂੰ ਜੇ ਬਹੁਤ ਹੀ ਮੋਟੀ ਦ੍ਰਿਸ਼ਟੀ ਨਾਲ ਵੇਖੀਏ ਤਾਂ ਇਹੋ ਜਿਹਾ ਕੁਝ ਨਹੀਂ ਮਿਲਦਾ। ਹੈ ਤਾਂ ਬਹੁਤ ਕੁਝ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜੀਵਨ ਵਿੱਚ ਵੀ ਕੌਤਕ, ਸੋ ਸੱਚੇ ਪਾਤਸ਼ਾਹ ਜੀ ਦੇ ਸੋ ਕਿੰਨੇ ਕੁ ਪ੍ਰਸੰਗ ਇਹੋ ਜਿਹੇ ਆਉਂਦੇ ਆ, ਪਰ ਜੇ ਮੋਟੀ ਦ੍ਰਿਸ਼ਟੀ ਨਾਲ ਸੋਚੀਏ ਤੇ ਕਈ ਵਾਰੀ ਇਹੋ ਜਿਹਾ ਪ੍ਰਤੀਤ ਨਾ ਹੋਣ ਲੱਗ ਪਵੇ ਕਿ ਜਿਹੜੇ ਪਿਛਲੇ ਅਵਤਾਰ ਸੀ, ਦੀ ਇਨਕਾਰਨੇਸ਼ਨਸ, ਉਹ ਗੁਰੂ ਸਾਹਿਬ, ਉਹਨਾਂ ਕੋਲ ਸ਼ਕਤੀ ਜ਼ਿਆਦਾ ਸੀ। ਇਹਨਾਂ ਚੀਜ਼ਾਂ ਦਾ ਨਿਰਣਾ ਕਰਨ ਵਾਸਤੇ 2 ਪੱਖ ਹੁੰਦੇ ਆ, ਇੱਕ ਸਮਾਨਤਾ ਤੇ ਇੱਕ ਵਿਸ਼ੇਸ਼ਤਾ। So one is that Maharaj has to be equal to the previous incarnations, and the other thing is that Maharaj has to be greater. If they're not equal, then that immediately removes them from this tally, you can say. And if they're not greater, then why are we worshipping them? Then we should go elsewhere. Guru Nanak Dev Ji ਦੀ ਬਰਾਬਰਤਾ, ਸਮਾਨਤਾ ਸ਼ਕਤੀ ਪੱਖੋਂ ਇਹ ਆ ਕਿ ਜਿਵੇਂ ਤ੍ਰੇਤੇ ਦਾ ਅਵਤਾਰ ਰਾਮਚੰਦਰ ਆ, ਉਹ ਬਚਪਨ ਵਿੱਚ ਆਪਣੀ ਮਾਤਾ ਨੂੰ, ਸੋ ਮਾਤਾ ਦੇਵੀ ਨੂੰ ਮੰਨਣ ਜਾਂਦੀ ਆ, ਮੂਰਤੀ ਦੀ ਪੂਜਾ ਕਰਨ ਜਾਂਦੀ ਆ। ਉਸ ਵੇਲੇ ਰਮਾਇਣ ਦੇ ਵਿੱਚ ਆਉਂਦਾ ਕਿ ਇਸੇ ਢੰਗ ਦੇ ਨਾਲ ਸੋ ਰਾਮਚੰਦਰ ਉੱਥੇ ਮੂਰਤੀ ਦੀ ਜਗ੍ਹਾ ਸੋ ਆਪ ਸੁਭਾਇਮਾਨ ਹੁੰਦੇ ਆ, ਸੋ ਮਾਤਾ ਨੂੰ ਦਰਸ਼ਨ ਹੁੰਦੇ ਆ, ਮਾਤਾ ਨੂੰ ਯਕੀਨ ਆਉਂਦਾ ਕਿ ਮੇਰਾ ਪੁੱਤਰ ਪਰਮੇਸ਼ਰ ਆ। ਕ੍ਰਿਸ਼ਨ ਜੀ ਦਾ ਆਪ ਜੀ ਨੇ ਵੇਖਿਆ ਹੋਵੇਗਾ, ਉਹ ਮਿੱਟੀ ਦਾ ਗੋਲਾ ਚੱਕਦੇ ਆ, ਮਿੱਟੀ ਵਿੱਚ ਮੂੰਹ ਵਿੱਚ ਪਾਉਂਦੇ ਆ, ਤੇ ਜਦੋਂ ਮਾਤਾ ਕਹਿੰਦੀ ਆ ਕਿ ਸੁੱਟ ਇਹਨੂੰ, ਸੋ ਥੁੱਕ ਇਸ ਨੂੰ, ਤੇ she sees the whole universe a globe in Krishna ji's mouth. Guru Nanak Dev Maharaj ji ਦੇ ਅਵਤਾਰ ਦੇ ਵਕਤ ਸੋ ਦੌਲਾ ਦਾਈ ਨੂੰ ਪ੍ਰਕਾਸ਼ ਮਹਿਸੂਸ ਹੁੰਦਾ, ਉਹ ਪ੍ਰਕਾਸ਼ ਨੂੰ ਵੇਖਦੀ ਆ। ਇਸ ਤੋਂ ਪਰੇ ਹੋਰ ਵੀ ਸਾਡੇ ਇਤਿਹਾਸਕਾਰ ਕਵੀ ਸੰਤੋਖ ਸਿੰਘ ਉਹਨਾਂ ਨੇ ਲਿਖਿਆ ਕਿ ਕਿਵੇਂ ਦੇਵਤੇ ਆਉਂਦੇ ਗੁਰੂ ਮਹਾਰਾਜ ਜੀ ਦੀ ਆਰਤੀ ਕਰਦੇ। ਇਹ ਸਾਰੀਆਂ ਘਟਨਾਵਾਂ ਗੁਰੂ ਸਾਹਿਬ ਜੀ ਦੇ ਇਤਿਹਾਸ ਵਿੱਚ ਵੀ ਆਉਂਦੀਆਂ। ਮਹਾਰਾਜ ਸਾਹਿਬ ਮੋਹ ਦੀ ਕਨਾਤ ਪਾ ਕਰਕੇ, so they put this illusion of attachment of Maya on their parents and they hide their Shakti. So ਇਸ ਤੋਂ ਅੱਗੇ ਚੱਲੀਏ ਗੁਰੂ ਜੀ ਦੀ ਵਿਸ਼ੇਸ਼ਤਾ। ਅਵਤਾਰਾਂ ਬਾਕੀਆਂ ਨੇ ਵੀ ਬਹੁਤ ਕਰਾਮਾਤਾਂ ਕੀਤੀਆਂ, ਸੋ ਬਹੁਤ ਜ਼ਿਆਦਾ ਉਹਨਾਂ ਨੇ ਸ਼ਕਤੀ ਵਿਖਾਈ, ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਰੀਠਿਆਂ ਨੂੰ ਮਿੱਠੇ ਕੀਤਾ, ਮੱਕਾ ਫਿਰਿਆ, ਸੋ ਪੰਜਾ ਜਿੱਥੇ ਪਹਾੜ ਵਿੱਚ ਲਾਤਾ ਉੱਥੇ ਅੱਜ ਵੀ ਅਸੀਂ ਦਰਸ਼ਨ ਕਰ ਸਕਦੇ ਹਾਂ। ਸੋ ਇਹ ਸਾਰੇ ਗੁਰੂ ਮਹਾਰਾਜ ਜੀ ਨੇ ਕੌਤਕ ਕੀਤੇ ਆ, ਪਰ ਵਿਸ਼ੇਸ਼ਤਾ ਕੀ ਆ ਕਿ ਜਿੱਥੇ ਜਿੱਥੇ ਵੀ ਗੁਰੂ ਮਹਾਰਾਜ ਜੀ ਨੇ ਸ਼ਕਤੀ ਵਿਖਾਈ ਆ, ਉਹ ਮਨੁੱਖਾਂ ਦੇ ਕਲਿਆਣ ਵਾਸਤੇ ਆ। It is to help someone, it is to eradicate someone's ego, it serves a purpose. It's not simply to show Maharaj Sahib's power. So ਇਹ ਸ਼ਕਤੀ ਆ ਗੁਰੂ ਸਾਹਿਬ ਜੀ ਦੀ। ਦੂਜੀ ਹੁੰਦੀ ਚੀਜ਼ ਵਿਅਕਤੀ। ਵਿਅਕਤੀ means the form, the way someone looks, their ਰੂਪ। ਜਿਹੜੇ ਬਾਕੀ ਸਾਰੇ ਅਵਤਾਰ ਸੰਸਾਰ ਤੇ ਆਏ ਆ, ਉਹਨਾਂ ਦੀਆਂ ਤੁਸੀਂ ਫੋਟੋਆਂ ਦੇਖ ਲਵੋ, ਉਹਨਾਂ ਫੋਟੋਆਂ ਤੇ ਵੀ ਉਹਨਾਂ ਦਾ ਦਾੜਾ ਨਹੀਂ ਹੁੰਦਾ ਕਦੇ। ਇਸ ਤਰੀਕੇ ਦੇ ਨਾਲ ਇਤਿਹਾਸ ਜਾਂ ਉਸਨੂੰ ਜੋ ਵੀ ਆਪ ਜੀ ਨੇ ਸਮਝਣਾ, ਇਹ ਜਿਹੇ ਪ੍ਰਸੰਗ ਆਉਂਦੇ ਆ ਕਿ ਜਦੋਂ ਰਾਮਚੰਦਰ ਆਪਣੀ ਪਤਨੀ ਸੀਤਾ ਨੂੰ ਵਿਆਹੁਣ ਜਾਂਦੇ ਆ, ਤੇ ਜਿਹੜੀਆਂ ਸਾਥ ਸਾਰੀਆਂ ਉਹਨਾਂ ਦੀਆਂ ਸਹੇਲੀਆਂ ਸੀ, ਉਹਨਾਂ ਦਾ ਮਨ ਵੀ ਆ ਗਿਆ ਸੋ ਕਿ ਅਸੀਂ ਰਾਮ ਜੀ ਨੂੰ ਵਰੀਏ। ਇਹ ਸਾਰਾ ਫਿਰ ਜੋ ਪ੍ਰਸੰਗ ਸੀ, ਇਹ ਮਹਾਭਾਰਤ ਦੇ ਵਿੱਚ ਫਿਰ ਆਇਆ ਕਿ ਉਹੀ ਜਿਹੜੀਆਂ ਸਹੇਲੀਆਂ ਸੀ, ਉਹ ਫਿਰ ਤਪੱਸਿਆ ਉਹਨਾਂ ਨੇ ਕੀਤੀ, ਗੋਪੀਆਂ ਦਾ ਰੂਪ ਧਾਰ ਕੇ, ਤੇ ਕ੍ਰਿਸ਼ਨ ਜੀ ਦੇ ਨਾਲ ਉਹਨਾਂ ਦਾ ਸੰਬੰਧ ਹੋਇਆ। So when they saw Ramchandar, this feeling of lust, of love, it came in. And if you're the form of God, if you've come to bring the message of Vaheguru, but when someone sees you, they're attracted to you in that way, so that's not really appropriate. ਜੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪਾਵਨ ਔਰ ਪਵਿੱਤਰ ਸਰੂਪ ਚਿਹਰਾ ਵੇਖੀਏ, ਗੁਰੂ ਮਹਾਰਾਜ ਜੀ ਸੰਗਲਾ ਦੀਪ ਜਾਂਦੇ ਰਾਜੇ ਸ਼ਿਵਨਾਥ ਦੇ ਪਾਸ, they go to what is now known as Sri Lanka, and there the king, the monarch, he sends these mistresses to seduce Guru Sahib,
ਪਰ ਜਦੋਂ ਉਹ ਗੁਰੂ ਸਾਹਿਬ ਜੀ ਦਾ ਪਾਵਨ ਔਰ ਪਵਿੱਤਰ ਚਿਹਰਾ ਵੇਖਦੇ ਆ ਤੇ ਉਸੇ ਵੇਲੇ ਜਿਹੜੇ ਇਹ ਸਰੀਰ ਦੇ ਵਿੱਚ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਪਵਹਿ ਦਜਹਿ ਨਾਨਕਾ ਤਰੀਆ ਕਰਨੀ ਲੱਗ, ਜਿਹੜੀ ਇਹ ਪ੍ਰਜਵਲਿਤ ਅਗਨੀ, this fire of desire that is inside of us, when they see Guru Nanak Dev Ji Maharaj and they hear the Bani of Guru Nanak Dev Ji Maharaj, that is completely eradicated. So ਇਸ ਪੱਖੋਂ ਗੁਰੂ ਮਹਾਰਾਜ ਜੀ ਦਾ ਰੂਪ ਵੀ ਸੁੰਦਰ ਆ। If we elaborate on that a little bit more, ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਵਕਤ ਦੇ ਵਿੱਚ ਸੋ ਇੱਕ ਬੰਦਾ ਆ ਜੋ ਦੁਰਗਾ ਦੇਵੀ ਦੀ ਉਪਾਸਨਾ ਕਰਦਾ ਆ। ਜਿਹੜੀ ਦੇਵੀ ਦੁਰਗਾ ਆ, she has 8 arms, ਅਸ਼ਟਭੁਜਾ ਉਸਨੂੰ ਦੇਵੀ ਨੂੰ ਕਹਿੰਦੇ ਆ। None of us hopefully have never seen someone that has 8 arms. Sometimes when we see the handicapped or the disabled, immediately our mind, we are a bit intimidated, we don't understand. So now if this goddess has 8 arms and this person is worshipping them, he came to the court of Dhan Sri Guru Amar Das Sahib Ji Maharaj, and before that, when he was worshipping, he had a divine vision and he saw Durga. And when he saw Durga with the 8 arms, he got very scared because he had never seen anything like it. And then when he went to Dhan Sri Guru Amar Das Sahib Ji Maharaj and he saw their pavitra or pavan roop, his mind was calm. So Guru Nanak Dev Ji Maharaj ji ਦਾ ਜਿਹੜਾ ਚਿਹਰਾ, ਮਹਾਰਾਜ ਜੀ ਦਾ ਰੂਪ ਜਿਹੜਾ ਆ, ਉਹ ਸ਼ਾਂਤੀ ਦਾ ਅਨੁਭਵ ਕਰਾਉਣ ਵਾਲਾ। ਸੋ ਇਹ ਵੀ ਸ਼ਕਤੀ ਵਿਅਕਤੀ। ਸੋ ਇਸੇ ਤਰੀਕੇ ਦੇ ਨਾਲ ਫਿਰ ਪ੍ਰਗਿਆ, ਗੁਰੂ ਮਹਾਰਾਜ ਜੀ ਇੰਟੈਲੈਕਟ, ਗੁਰੂ ਮਹਾਰਾਜ ਜੀ ਵਿਜ਼ਡਮ, ਗੁਰੂ ਮਹਾਰਾਜ ਜੀ ਐਜੂਕੇਸ਼ਨ। ਜਿੰਨੇ ਵੀ ਸੰਸਾਰ ਦੇ ਪੀਰ ਪਗੰਬਰ ਸੋ ਅਵਤਾਰ ਆਦਿਕ ਆ, they take some sort of formal education, or they're educated at a later stage. Or, so some faiths believe that the Prophet was not even educated, but he just receives texts, he just receives literature. But himself, he cannot recite anything. Even they accept that. But Guru Nanak Dev Ji kaun hai? ਉਹ ਪਹਿਲੇ ਦਿਨ ਹੀ ਵਿਦਿਆ ਪੜ੍ਹਨ ਵਾਸਤੇ ਜਾਂਦੇ ਆ ਤੇ ਉਹਨਾਂ ਦੇ ਜਿਹੜੇ ਟੀਚਰ ਆ, ਪਾਂਦੇ ਆ, ਉਹ ਕਹਿੰਦੇ ਆ ਬਿਨਾਂ ਪੜ੍ਹਾਏ ਪੜ੍ਹ ਰਿਹਾ ਹੈ ਅਵਰ ਪੜ੍ਹਾਵਨਹਾਰ। That this child, without being taught anything, he knows everything and he's educating everyone else. ਗੁਰੂ ਮਹਾਰਾਜ ਜੀ ਦੇ ਜਿਹੜੇ ਉਹ ਬਚਪਨ ਦੇ ਉਹ ਸ਼ਬਦ ਆ, ਉਹ ਗੁਰਬਾਣੀ ਦੇ ਵਿੱਚ ਸ੍ਰੀ ਰਾਗ ਦੇ ਵਿੱਚ ਸੋ ਜੋ ਉਹਨਾਂ ਨੇ ਪਾਂਦੇ ਨਾਲ ਸੋ ਵਾਰਤਾਲਾਪ ਕੀਤਾ। ਜਦੋਂ ਫਾਰਸੀ ਭਾਸ਼ਾ ਸਿੱਖਣ ਲੱਗ ਪਏ, ਉਹ ਤਿਲੰਗ ਰਾਗ ਦੇ ਵਿੱਚ ਉਹ ਸ਼ਬਦ ਵੀ ਦਰਜ ਹਨ। So that is Guru Maharaj's pragya, intellect. So without being taught anything, they already come with this innate wisdom. ਇਸੇ ਤਰੀਕੇ ਦੇ ਨਾਲ ਮਹਾਰਾਜ ਜੀ ਦੀ ਆਯੂ, ਜਿਹੜੇ ਪੁਰਾਣੇ ਯੁੱਗ ਸੀ ਜਾਂ ਜਿਸ ਤਰੀਕੇ ਦੇ ਨਾਲ ਮੰਨਿਆ ਜਾਂਦਾ ਕਿ ਉਹਨਾਂ ਦੇ ਵਿੱਚ ਸਮਾਂ ਬਹੁਤ ਜ਼ਿਆਦਾ ਲੰਮਾ ਸੀ ਉਮਰ ਦਾ, ਤੇ ਜਿਹੜੇ ਅਵਤਾਰ ਸੀ ਉਹਨਾਂ ਦੀ ਉਮਰ ਵੀ ਬਹੁਤ ਜ਼ਿਆਦਾ ਲੰਮੀ ਸੀ। ਗੁਰੂ ਮਹਾਰਾਜ ਜੀ ਦੀ ਕੁੱਲ ਆਯੂ ਲਗਭਗ 70 ਸਾਲ ਮੰਨੀ ਜਾਂਦੀ ਆ, ਤੇ ਉਹਨਾਂ 70 ਸਾਲਾਂ ਦੇ ਵਿੱਚ ਗੁਰੂ ਮਹਾਰਾਜ ਜੀ traveled the most that any messenger of God has by foot. They travel ਬਾਬੇ ਤਾਰੇ ਚਾਰ ਚੱਕ ਨੌਖਣ ਪ੍ਰਿਥਵੀ ਸੱਚਾ ਢੋਆ। Up until now ਆਪਾਂ ਇਹ ਸਾਰੇ ਕਹਿੰਦੇ ਕਿ ਗੁਰੂ ਮਹਾਰਾਜ ਜੀ ਸੋ ਬਗਦਾਦ ਗਏ ਆ, ਸੋ ਮੱਕਾ ਮਦੀਨਾ ਉੱਥੇ ਗਏ ਆ, ਸੋ ਗੁਰੂ ਮਹਾਰਾਜ ਜੀ ਇਸੇ ਤਰੀਕੇ ਦੇ ਨਾਲ ਤਿੱਬਤ ਆਦਿਕ ਮੁਲਕਾਂ ਦੇ ਵਿੱਚ ਗਏ ਆ। These are the countries that we know about. And how do we know about them? ਕਿਉਂਕਿ ਉਹ ਭਾਈ ਬਾਲੇ ਵਾਲੀ ਜਨਮ ਸਾਖੀ ਤੇ ਉਸ ਦੇ ਮਗਰੋਂ ਫਿਰ ਜਿਹੜਾ ਕਵੀ ਸੰਤੋਖ ਸਿੰਘ ਜੀ ਨੇ ਨਾਨਕ ਪ੍ਰਕਾਸ਼ ਗ੍ਰੰਥ ਲਿਖਿਆ, ਉਹਦੇ ਵਿੱਚ ਹੋਰ ਵੀ ਸਾਰੇ ਇਤਿਹਾਸਕਾਰਾਂ ਨੇ ਸੋ ਮੁੱਢ ਭਾਈ ਬਾਲੇ ਵਾਲੀ ਜਨਮ ਸਾਖੀ ਤੋਂ ਲਿਆ। ਹੁਣ ਜਿੱਥੇ ਜਿੱਥੇ ਭਾਈ ਬਾਲਾ ਜੀ ਨਾਲ ਸੀ ਉੱਥੇ ਦਾ ਤਾਂ ਲਿਖਦੇ ਆ, ਤੇ ਜਿੱਥੇ ਉਹ ਨਾਲ ਨਹੀਂ ਸੀ, so now there's research being done that Guru Maharaj ji traveled in Europe as far as Italy. ਸੋ ਉੱਥੇ ਜਾ ਕੇ ਜਿਹੜਾ ਉਸ ਵੇਲੇ ਦਾ ਪੋਪ ਸੀ ਉਹਦੇ ਨਾਲ ਸੰਵਾਦ ਕਰਦੇ ਆ। ਸੋ ਗੁਰਸਿੱਖ ਇਹੋ ਜਿਹੀ ਖੋਜ ਵੀ ਕਰਦੇ ਆ ਕਿ ਗੁਰੂ ਮਹਾਰਾਜ ਜੀ ਸੰਸਾਰ ਦੇ ਵਿੱਚ ਬਹੁਤ ਜ਼ਿਆਦਾ ਵਿਚਰੇ। ਜਿੰਨਾ ਆਪਾਂ ਸਮਝਦੇ ਆ ਕਿ ਗੁਰੂ ਮਹਾਰਾਜ ਜੀ ਨੇ 4 ਉਦਾਸੀਆਂ ਕੀਤੀਆਂ, ਉਸ ਤੋਂ ਵੀ ਕਿਤੇ ਪਰੇ। ਤੇ ਹੋਰ ਵੀ ਵਿਚਾਰ ਲੈ ਲਵੋ, ਪਾਤਾਲਾਂ ਪਾਤਾਲ ਲਖ ਆਗਾਸਾਂ ਆਗਾਸ। ਜਦੋਂ ਬਗਦਾਦ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਜਾਂਦੇ ਆ, ਸੋ ਹੁਣੇ ਭਾਈ ਗੁਰਦਾਸ ਦੀਆਂ ਵਾਰਾਂ ਵਿੱਚੋਂ ਤੁਸੀਂ ਕੀਰਤਨ ਸਰਵਣ ਕੀਤਾ, ਉੱਥੇ ਗੁਰੂ ਮਹਾਰਾਜ ਜੀ ਦੇ ਸਿੱਖ ਜਾਂ ਗੁਰੂ ਮਹਾਰਾਜ ਜੀ ਆਪ ਸੋ ਨਿਤਨੇਮ ਕਰ ਰਹੇ ਆ, ਉਹਦੇ ਵਿੱਚ ਇਹ ਪੰਕਤੀ ਆਉਂਦੀ, ਪਾਤਾਲਾਂ ਪਾਤਾਲ ਲਖ ਆਗਾਸਾਂ ਆਗਾਸ। ਕਾਜ਼ੀ ਰੁਕਨਦੀਨ the priest of that place, he says to Maharaj Sahib that you read this, that there are numerous worlds, universes,
So there are numerous underworlds and numerous heavens. In our religion, or the way that we're taught कि सत आकाश हुंदे ते सत पताल। गुरु महाराज जी ने सो रसना तो समझाया कि ਤੁਹਾਡੇ ਪੈਗੰਬਰ ਜਿਹੜੇ ਹੋਣਗੇ ਉਹਨਾਂ ਦੀ ਦ੍ਰਿਸ਼ਟੀ ਇੰਨੀ ਹੋਵੇਗੀ, ਸੋ ਉਹਨਾਂ ਨੇ ਝੂਠ ਨਹੀਂ ਆਖਿਆ, ਜਿੰਨਾ ਉਹਨਾਂ ਨੂੰ ਉਹ ਦੇਖ ਸਕਦੇ ਸੀ ਉਹਨਾਂ ਲਿਖ ਦਿੱਤਾ। As much as your prophets could see, they wrote, but I am seeing numerous universes, I am seeing countless forms of creation, I cannot lie। ਉਹ ਮੰਨੇ ਨਹੀਂ ਦਲੀਲ ਤੋਂ। ਗੁਰੂ ਮਹਾਰਾਜ ਜੀ ਕਹਿੰਦੇ ਵੀ ਚੱਲ ਤੁਹਾਨੂੰ ਦਰਸ਼ਨ ਹੀ ਕਰਾ ਲਿਆਉਂਦੇ ਆ। ਕਾਜ਼ੀ ਕਹਿੰਦਾ ਨਹੀਂ, ਇਹ ਸਾਡੇ ਇਤਿਹਾਸ ਵਿੱਚ ਆਉਂਦਾ ਕਿ ਨਹੀਂ, ਮੇਰੀ ਉਮਰ ਬਿਰਧ ਆ, ਮੈਂ ਬਜ਼ੁਰਗ ਆ, ਮੈਂ ਨਹੀਂ ਜਾ ਸਕਦਾ। ਤੇ ਕਾਜ਼ੀ ਕਹਿੰਦਾ ਚਲੋ ਮੇਰੇ ਮੁੰਡੇ ਨੂੰ ਲੈ ਜਾਵੋ। ਤੇ ਗੁਰੂ ਮਹਾਰਾਜ ਜੀ ਨੇਤਰ ਝਮਕਣ ਦੇ, ਸੋ ਅੱਖਾਂ ਮੀਚਣ ਤੇ ਖੋਲਣ ਦੇ ਸਮੇਂ ਦੇ ਵਿੱਚ ਉਹਨੂੰ ਕੋਟ ਬ੍ਰਹਮੰਡਾਂ ਦੇ ਦਰਸ਼ਨ ਦਿਖੇ। That son of the Qazi to countless universes, and when they come back, in their hand is a batta of deg of Kada Prashad, and the son of the Qazi, in our itihas it says that ਉਹ ਕਹਿੰਦਾ ਵੀ ਜਿੱਥੇ ਜਿੱਥੇ ਜਾਂਦੇ ਸੀ ਉੱਥੇ ਉੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਸੰਗਤ ਬਣੀ ਹੋਈ ਸੀ, ਤੇ ਉੱਥੇ ਕਿਣਕਾ ਕਿਣਕਾ ਦੇਖਦਾ ਸੀ ਲੈ ਆਉਂਦੇ ਸੀ ਤੇ ਬਾਟੇ ਵਿੱਚ ਤੁਹਾਨੂੰ ਵਿਖਾਉਣ ਲਈ ਲੈ ਕੇ ਆਏ ਆ। ਤਾਂ you'll ask for evidence, and that's why ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਕਹਿੰਦੀ ਆ, ਖੰਡ ਬ੍ਰਹਮੰਡ ਬੇਅੰਤ ਉਦਾਹਰਨ ਹਾਰਿਆ, ਤੇਰੀ ਸੋਭਾ ਤੁਧ ਸੱਚੇ ਮੇਰੇ ਪਿਆਰਿਆ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਵੱਧ ਕੇ ਜਾਂ ਘੱਟ ਕੋਈ ਸ਼ਬਦ ਵਰਤਿਆ ਹੀ ਨਹੀਂ ਜਾਂਦਾ। So that is Guru Maharaj Sahib Ji's Ayu. Guru Maharaj Ji the Kartab. So the actions that Satguru Sahib Ji do. Guru Maharaj Ji ਦੀ ਜਿਹੜੀ ਕਥਾ ਆ ਉਹ ਅਮਰ ਕਥਾ ਆ। ਹੋਰ ਲੋਕਾਂ ਨੇ ਮੰਨਿਆ ਕਿ ਸਾਡੀ ਇਹੋ ਜਿਹੀ ਕਥਾ ਸੀ ਕਿ ਉਹ ਅਮਰ ਕਥਾ ਸੀ, ਪਰ ਜੇ ਉਹਦੇ ਵਿੱਚ ਸੌਂ ਜਾਵੋ ਤਾਂ ਉਹਦਾ ਕੋਈ ਫਲ ਨਹੀਂ ਮਿਲਦਾ ਸੀ। ਅਸਲ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਕਥਾ ਅਮਰ ਆ। ਕਿਉਂ? ਕਿਉਂਕਿ ਰੀਠੇ ਉਦੋਂ ਮਿੱਠੇ ਕੀਤੇ ਹੁਣ ਵੀ ਮਿੱਠੇ ਆ। ਗੁਰੂ ਮਹਾਰਾਜ ਜੀ ਨੇ ਪੰਜਾ ਪਹਾੜ ਵਿੱਚ ਉਦੋਂ ਲਾਇਆ ਤੇ ਹੁਣ ਵੀ ਉੱਥੇ ਹੀ ਪੰਜਾ ਮੌਜੂਦ ਆ। ਸੋ ਮਨੀਕਰਨ ਆਦਿ ਸਥਾਨਾਂ ਦੇ ਵਿੱਚ ਗੁਰੂ ਮਹਾਰਾਜ ਜੀ ਦੇ ਜਿੱਥੇ ਜਿੱਥੇ ਵੀ ਕੌਤਕ ਆ, ਸੋ ਉੱਥੇ ਉੱਥੇ ਗੁਰੂ ਮਹਾਰਾਜ ਜੀ ਦੇ ਕੌਤਕ ਅੱਜ ਵੀ ਉਹ ਕਲਾ ਵਰਤ ਰਹੀ ਆ, ਸੁੱਤੇ ਸਿੱਧ ਹੀ। ਤੇ ਗੁਰੂ ਮਹਾਰਾਜ ਜੀ ਦਾ ਜਿਹੜਾ ਵੱਡਾ ਕਰਤੱਵ, ਦੀ ਐਕਸ਼ਨ which makes him so great is that ਹੋਰ ਇੰਨੇ ਸੋ ਫਿਰਕੇ ਧਰਮ ਆਦਿਕ ਆ, ਪਰ ਕਿਸੇ ਦੀ ਇਹੋ ਜਿਹੀ ਸੰਗਤ ਹੈ, ਤੇ ਜੇ ਸੰਗਤ ਵੀ ਹੋਵੇਗੀ ਤੇ ਫਿਰ ਇਹੋ ਜਿਹਾ ਲੰਗਰ ਚੱਲਦਾ ਆ। ਸੋ ਇਹ ਸੇਵਾ ਔਰ ਸਿਮਰਨ ਦਾ ਕੁੰਭ, ਸੰਗਤ ਤੇ ਪੰਗਤ ਦਾ ਇਹ ਜੋ ਸਿਧਾਂਤ ਆ, ਇਹ ਗੁਰੂ ਮਹਾਰਾਜ ਜੀ ਕਰਦੇ ਆ, ਤੇ ਇਸ ਕਰਕੇ ਉਹਨਾਂ ਦਾ ਕਰਤੱਵ ਵੀ ਵੱਡਾ। ਸੋ ਇਸ ਤਰੀਕੇ ਦੇ ਨਾਲ ਸ਼ਕਤੀ, ਵਿਅਕਤੀ, ਸੋ ਆਯੂ ਤੇ ਕਰਤੱਵ ਤੇ ਪ੍ਰਗਿਆ, ਇਹ ਪੰਜ ਪੱਖਾਂ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸੋ ਵੱਡੇ ਹਨ। ਇਸ ਤਰੀਕੇ ਦੇ ਨਾਲ ਸਾਡੇ ਸੋ ਗਿਆਨੀ ਸੰਪਰਦਾਇ ਇਸ ਤਰੀਕੇ ਦੇ ਨਾਲ ਪੜ੍ਹਾਉਂਦੇ ਆ। There is some need for evidence. In the world that we live in, everything requires evidence. Without evidence, you can be telling the truth, no one will believe you. ਜਿਹੜੀ ਆਪਣੀ ਸੋ ਪੜ੍ਹਾਈ ਦਾ ਢੰਗ ਆ, ਉਹਦੇ ਵਿੱਚ ਵੀ ਇਹ ਆਉਂਦੇ ਕਿ ਪ੍ਰਮਾਣ ਹਰ ਚੀਜ਼ ਦਾ ਦੇਣਾ ਪੈਂਦਾ। ਔਰ ਗੁਰੂ ਮਹਾਰਾਜ ਜੀ ਦਾ ਅਵਤਾਰ ਹੋਣ ਦਾ ਜਾਂ ਗੁਰੂ ਮਹਾਰਾਜ ਜੀ ਦਾ ਸੋ ਨਿਰੰਕਾਰ ਦੇ ਸਰੂਪ ਹੋਣ ਦਾ ਇਹਦੇ ਵੀ ਪ੍ਰਮਾਣ ਹਨ। ਪਹਿਲਾ ਹੁੰਦਾ ਆ ਵੈਦਿਕ ਪ੍ਰਮਾਣ। ਇਸ ਤੋਂ ਭਾਵ ਹੁੰਦਾ ਹੈ ਕਿ ਗੁਰੂ ਨਾਨਕ ਦੇਵ ਜੀ was born as we know in 1469, ਕਿ ਉਸ ਸਮੇਂ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵੱਡੇ ਹੋਣ ਦਾ ਜਾਂ ਨਿਰੰਕਾਰ ਹੋਣ ਦਾ ਕਿਸੇ ਨੇ ਸੋ ਲਿਖਿਆ ਹੋਵੇ। ਤੁਸੀਂ ਪੜ੍ਹ ਲੈਣਾ, ਜਾ ਕੇ ਵੇਖ ਲੈਣਾ। You can see that many thousands of years before ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਭਵਿੱਖਤ ਪੁਰਾਣ ਸੋ ਵਿਆਸ ਜੀ ਲਿਖਦੇ ਆ, ਤੇ ਉਹ ਭਵਿੱਖਤ ਪੁਰਾਣ ਦੇ 11 ਸ਼ਲੋਕਾਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਨਾਮ ਆਉਂਦਾ। ਤੇ ਹੋਰ ਵੀ ਜੋ ਵੇਦ ਆਦਿਕ ਆ ਉਹਨਾਂ ਦੇ ਵਿੱਚ ਵੀ ਸੰਕੇਤਕ is hinted towards ਗੁਰੂ ਸਾਹਿਬ, ਪਰ ਉਹਨਾਂ 11 ਸ਼ਲੋਕਾਂ ਦੇ ਵਿੱਚ ਭਵਿੱਖਤ ਪੁਰਾਣ ਉਸ ਗ੍ਰੰਥ ਦਾ ਨਾਮ ਆ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਨਾਮ ਆਉਂਦਾ। ਇਹ ਹੈ ਵੈਦਿਕ ਪ੍ਰਮਾਣ। ਲੌਕਿਕ ਪ੍ਰਮਾਣ ਇਹ ਹੈ ਦਾ ਕੋਈ ਸੱਚ ਬੋਲਣ ਵਾਲਾ ਬੰਦਾ ਹੋਵੇ, someone that speaks the truth, ਉਹ ਕਹਿਣ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਵੱਡੇ ਆ, ਤੇ ਉਹ ਵੀ ਸਾਡੇ ਕੋਲ ਆ। ਉਹ ਕੌਣ ਆ? ਗੁਰੂ ਘਰ ਦੇ ਵੇਦ ਵਿਆਸ ਭਾਈ ਗੁਰਦਾਸ ਸਾਹਿਬ ਜੀ, ਜਿਹੜੇ ਕਹਿੰਦੇ ਆ ਬਾਬੇ ਤਾਰੇ ਚਾਰ ਚੱਕ ਨੌਖੰਡ ਪ੍ਰਿਥਵੀ ਸੱਚਾ ਢੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ, ਕਿ ਜਿਹੜੇ ਮੁਖੀ ਗੁਰੂ ਜੀ ਆ ਉਹ ਕਲਯੁਗ ਦੇ ਵਿੱਚ ਆ ਕਰਕੇ ਪ੍ਰਗਟ ਹੋਏ ਆ। So there are other scholars, other people from other faiths too that have sung the praises of Guru Nanak Dev Ji.
पर जे सिੱਖੀ तौर ਤੇ ਜਾਂ ਗੁਰਸਿੱਖੀ ਦੀ ਪੜ੍ਹਾਈ ਵਿੱਚੋਂ ਵੇਖਣਾ ਹੋਵੇ ਤੇ ਲੌਕਿਕ ਪ੍ਰਮਾਣ ਹੈ ਸਾਡੇ ਕੋਲ, ਉਹ ਹਨ ਭਾਈ ਗੁਰਦਾਸ ਸਾਹਿਬ ਜੀ। ਇਸ ਤੋਂ ਮਗਰੋਂ ਹੁੰਦਾ ਸਵੈ ਪ੍ਰਮਾਣ। that is ਜਿਹੜਾ ਪੈਗੰਬਰ ਅਵਤਾਰ ਹੈ ਉਹ ਆਪਣੀ ਹੋਂਦ ਦੀ ਆਪ ਵਾਕਫੀਤ ਕਰਾ ਦੇਵੇ, ਤੇ ਉਹ ਵੀ ਸਾਡੇ ਕੋਲ ਆ। ਉਹ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ। ਸੋ ਉਸ ਬਾਣੀ ਵਿੱਚੋਂ ਆਪਾਂ ਪੜ੍ਹਦੇ ਹਾਂ ਨਾ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਸੋ ਇਹ ਸਵੈ ਪ੍ਰਮਾਣ ਵੀ ਇਸ ਤਰੀਕੇ ਦੇ ਨਾਲ। ਸੋ ਉਹ ਪੰਜ ਚੀਜ਼ਾਂ ਜਿਹੜੀਆਂ ਅਵਤਾਰਾਂ ਨੂੰ ਵੱਡੇ ਜਾਂ ਛੋਟੇ ਕਰਦੀਆਂ, ਤੇ ਇਹ ਤਿੰਨ ਪ੍ਰਮਾਣਾਂ ਤੋਂ ਇਹ ਸਿੱਧ ਹੁੰਦਾ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਇਜ਼ ਦ ਯੂਨੀਵਰਸਲ ਸਤਿਗੁਰੂ, ਜਾਹਰ ਪੀਰ ਜਗਤ ਗੁਰ ਬਾਬਾ। ਸੋ ਭਾਈ ਸਾਹਿਬ ਵਾਸ ਜਸਟ ਸਿੰਗਿੰਗ ਬਿਫੋਰ ਮੀ ਦਾ ਉਹ ਹਿੰਦੂਆਂ ਦੇ ਸੋ ਵੱਡੇ ਗੁਰੂ ਹਨ ਤੇ ਮੁਸਲਮਾਨਾਂ ਦੇ ਵੱਡੇ ਪੀਰ ਹੈ, ਤੇ ਸਾਰੇ ਜਗਤ ਦੇ ਸਾਂਝੇ ਸੋ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਹਨ। ਤੇ ਉਹਨਾਂ ਦਾ ਉਪਦੇਸ਼, ਦਾ ਮੈਸੇਜ is available to anyone that comes out to it. So now we will begin the Katha of Shri Nanak Prakash. The work of Kavi Santokh Singh Ji is like the magnum opus that was the Suraj Pratap Granth. ਤੇ ਸਾਡੇ ਗੁਰੂ ਘਰਾਂ ਦੇ ਵਿੱਚ ਬਹੁਤ ਲੰਮੇ ਸਮੇਂ ਤੋਂ ਗੁਰਪ੍ਰਤਾਪ ਸੂਰਜ ਦੀ ਕਥਾ ਸੋ ਹੁੰਦੀ ਆ। ਸਵੇਰ ਵੇਲੇ ਅੰਮ੍ਰਿਤ ਵੇਲੇ ਸੋ ਗੁਰਬਾਣੀ ਦੀ ਕਥਾ, ਔਰ ਸ਼ਾਮ ਵੇਲੇ ਗੁਰ ਇਤਿਹਾਸ ਦੀ ਕਥਾ। ਗੁਰਬਾਣੀ ਸਾਨੂੰ ਅਧਿਆਤਮਿਕ ਪੱਧਤੀ ਦਿੰਦੀ ਹੈ, gives us spiritual progress। ਪਰ ਜਿਹੜਾ ਗੁਰੂ ਸਾਹਿਬ ਜੀ ਦਾ ਇਤਿਹਾਸ ਹੈ, ਗੁਰੂ ਸਾਹਿਬ ਜੀ ਦੀ ਜਿਹੜੀ ਸੋ ਸਾਰੀ ਕੌਤਕਾਂ ਦੀ ਸੂਚੀ ਆ, ਉਹ ਜਿਹੜਾ ਗੁਰ ਇਤਿਹਾਸ ਆ ਉਹ ਸਾਨੂੰ ਜੀਵਨ ਜਾਚ ਦਿੰਦਾ। ਕਿਉਂਕਿ ਉਸ ਵੇਲੇ ਵੀ ਸਿੱਖ ਸਨ ਤੇ ਅਸੀਂ ਵੀ ਉਸੇ ਗੁਰੂ ਮਹਾਰਾਜ ਜੀ ਦੇ ਸਿੱਖ ਹਾਂ, ਤੇ ਉਹ ਕਿਵੇਂ ਆਪਣਾ ਜੀਵਨ ਬਤੀਤ ਕਰਦੇ ਸੀ, what their interaction was with Guru Sahib, and what questions they asked Guru Sahib, and how Guru Sahib ji guided them, and actually what Guru Sahib ji did themselves. So that is a physical, that is something practical for us. We all say that Gursikhi is practical. So how do we take the practical? ਉਹ ਹੈ ਗੁਰ ਇਤਿਹਾਸ ਨੂੰ ਪੜ੍ਹਨਾ, ਗੁਰ ਇਤਿਹਾਸ ਨੂੰ ਬਾਚਣਾ। So ਖਿਆਲਾਂ ਨੂੰ ਅੰਤਰਮੁਖ ਕਰੋ। If we again focus our minds and we do vichar on Dhan Sri Guru Nanak Dev Ji Maharaj Ji's greatness. So if we all close our eyes and one time we say Satnam Sri Vaheguru Sahib Ji, Satnam Sri Vaheguru Sahib Ji, ਇੱਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸਣ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। Essentially, what Kavi Santokh Singh Ji, who is about to narrate all of Guru Nanak Dev Ji's Itihas, they begin with Ikko Onkar Satguru Prasad. That is a summary of what Ikko Onkar Satnam Karta Purkh Nirbhau Nirvair Akal Murਤ Ajuni Sahibang Gur Prasad. So if we want to understand the meanings of Ikko Onkar Satguru Prasad, then we will have to understand the meanings of the Mahamantra. ਇੱਕੋ ਓੰਕਾਰਾ, ਇੱਕੋ ਓੰਕਾਰ is God is one, ਓੰਕਾਰ ਉਹ ਸਾਰਿਆਂ ਦਾ ਪ੍ਰਕਾਸ਼ਕ ਆ। He is the enlightener, he is the light within us all. So where other people, other religions, they began to begin that creation itself was God and it was a separate entity to God. So ਉਹ ਮੰਨਦੇ ਸੀ ਕਿ ਜੇ ਸੂਰਜ ਪ੍ਰਕਾਸ਼ਮਾਨ ਆ ਤੇ ਸੂਰਜ ਆਪਣੇ ਆਪ ਦੇ ਵਿੱਚ ਦੇਵਤਾ ਆ। ਪਰ ਸਾਡਾ ਧਰਮ ਜਾਂ ਸਾਡਾ ਫਲਸਫਾ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਟੀਚਾ, ਉਹ ਕਹਿੰਦਾ ਇੱਕ ਓੰਕਾਰਾ, ਇੱਕ ਅਦਵੈਤ ਪਰਮੇਸ਼ਵਰ। There is no one like that ਵਾਹਿਗੁਰੂ, for that reason he is one, and ਓੰਕਾਰ ਉਹ ਸਾਰਿਆਂ ਦਾ ਪ੍ਰਕਾਸ਼ਕ ਆ, ਜਿਹੜਾ ਚੰਦ, ਸੂਰਜ, ਤਾਰੇ, in the moon, so in the sun, in the stars, everywhere is his light that is pervading. So ਇੱਕ ਅਦਵੈਤ ਪਰਮੇਸ਼ਵਰ, ਓੰਕਾਰ ਸਾਰਿਆਂ ਦਾ ਪ੍ਰਕਾਸ਼ਕ। ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਆ ਸਤਨਾਮ। ਸਤਨਾਮ, ਸਤ ਦਾ ਭਾਵ ਹੈ that he is true. For something to be true, it has to be true in the past, the present and the future.
ਸੋ ਸਤ ਦਾ ਅਸਲ ਅਰਥ ਹੈ ਕਿ ਜਿਹੜਾ ਤ੍ਰਈ ਅਕਾਲ ਆਬਾਦ ਹੋਵੇ, ਤ੍ਰਈ ਕਾਲ ਆਬਾਦ ਹੋਵੇ, that is true in the past, the present and the future। ਇਹਦਾ ਹੀ ਖੁਲਾਸਾ ਗਾਹਾਂ ਕੀਤਾ ਹੈ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸੋ ਉਹ ਸੱਤ ਆ ਤੇ ਨਾਮ ਕਰਕੇ ਉਹ ਪ੍ਰਸਿੱਧ ਆ। ਜੇ ਬੱਚੇ ਨੂੰ ਵੀ ਪੁੱਛੋ ਕਿ ਪਰਮੇਸ਼ਰ ਕਿੱਥੇ ਹੋ ਤਾਂ ਉਹਨੂੰ ਉਂਗਲੀ ਕਰੂਗਾ। that God is known। even if someone does not know or does not believe in God, if you say God, immediately they will understand what God is। ਉਹ ਆਪਣੇ ਨਾਮ ਕਰਕੇ ਪ੍ਰਸਿੱਧ ਆ। ਸਤ ਨਾਮ ਕਰਤਾ ਉਸ ਸਾਰੀ ਸ੍ਰਿਸ਼ਟੀ ਨੂੰ ਰਚਨਹਾਰਾ। he is the creator। ਪੁਰਖ, he is complete from every angle। any human or any other even prophet was not complete in the way that Akal Purkh Vaheguru is, and then Sri Guru Nanak Dev Ji Maharaj was। जमीन जमान के बीच समस्त एक जोत है, ना घाट है ना बाढ़ है, ना घाट बाढ़ होत है। That is what Akal Purkh Vaheguru Ji is। And then तुसी गुरु नानक देव जी तो लैकर के 10 पातशाहियां वल वेख लियो, उन्हां दे जीवन ते तुसी किसे पक्षों भी किंतु परंतु नहीं कर सकते। That in itself is evidence that ਇਹੋ ਜਿਹਾ ਤਾਂ ਨਿਰੰਕਾਰ ਹੀ ਹੋ ਸਕਦਾ ਨਾ। ਬਾਕੀ ਜਿੰਨੇ ਵੀ ਸੰਸਾਰ ਵਿੱਚ ਆਇਆ ਕੋਈ ਭੁੱਲ ਗਲਤੀ ਤਾਂ ਹੋਣੀ ਸੋ ਸੁਭਾਵਿਕ ਹੀ ਆ। ਸੋ ਇਸ ਤਰੀਕੇ ਦੇ ਨਾਲ ਕਰਤਾ ਉਹ ਪੁਰਖ ਆ ਨਿਰਭਉ, he is without fear, and ਉਹਦਾ ਨਿਰਣਾ ਭਾਉ ਪ੍ਰੇਮ ਦੇ ਨਾਲ, he can only be decided with love। ਸੋ ਨਿਰਵੈਰ, he is without animosity with anyone। ਉਹ ਕਿਸੇ ਦੇ ਨਾਲ ਵੈਰ ਨਹੀਂ ਕਰਦਾ, ਨਿਰਭਉ ਨਿਰਵੈਰ। ਤੇ ਅਕਾਲ ਉਹ ਸਮੇਂ ਦੀ ਗਤੀਵਿਧੀ ਤੋਂ ਬਾਹਰ ਹੈ, he is outside the constraints of time। ਅਕਾਲ ਉਹ ਮੂਰਤ, so is his form। ਅਜੂਨੀ, he is not born or ਅਜਨਮਾਇਆ। ਸੋ ਅਜੂਨੀ ਸਹਿ ਭੰਗ, ਉਹ ਸੁਤੇ ਪ੍ਰਕਾਸ਼ ਆ। he is powered by himself। so a car is powered by a fuel। so in that way we are powered by the food that we eat। ਸਾਡੇ ਤ੍ਰੈਮਣ ਦੇਹਰੀ ਚੱਲੇ ਪਾਣੀ ਅੰਨ, ਹਰ ਚੀਜ਼ ਦਾ ਕੋਈ ਨਾ ਕੋਈ ਸੋਰਸ ਹੁੰਦਾ, ਕੋਈ ਫਿਊਲ ਹੁੰਦੀ, ਐਨਰਜੀ ਹੁੰਦੀ ਆ। ਪਰ ਉਹ ਨਿਰੰਕਾਰ ਆ ਜਿਹੜਾ ਸੁੱਤੇ ਪ੍ਰਕਾਸ਼ ਆ, ਸਹਿ ਭੰਗ। ਤੇ ਗੁਰ ਪ੍ਰਸਾਦ, how can we find him in this age of Kalyug? ਗੁਰਧਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਪ੍ਰਸਾਦ ਕਿਰਪਾ ਦੇ ਨਾਲ। so this mantra of Guru Granth Sahib Ji, Kavi Santokh Singh Ji so encapsulates it here। ਇੱਕ ਓਂਕਾਰਾ ਸਤਿਗੁਰੂ ਤੇਹ ਪ੍ਰਸਾਦ ਸੱਚ ਹੋਏ, whose ਕਿਰਪਾ, whose benevolence ਦੇ ਨਾਲ we can attain the truth। ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸਨ ਸੋਏ। so ਜਿਹੜੀ this is the ਮੂਲ ਮੰਗਲ of Dasam। so what Kavi Ji is actually doing is unifying or putting this message across to us that what Guru Nanak Dev Ji was, so is Sri Guru Gobind Singh Ji। Guru Nanak Dev Ji Maharaj, so ਉਹਨਾਂ ਕੋਲ ਮੂਲਾ ਖੱਤਰੀ ਦੇ ਨਾਲ ਸਾਰਾ ਪ੍ਰਸੰਗ ਹੁੰਦਾ, ਉਹਦਾ ਉਧਾਰ 10ਵੇਂ ਜਾਮੇ ਦੇ ਵਿੱਚ ਜਾ ਕਰਕੇ ਹੁੰਦਾ। ਸਾਲਸਰਾਏ ਜੌਹਰੀ ਦੇ ਕੋਲ ਗੁਰੂ ਨਾਨਕ ਦੇਵ ਜੀ ਜਾਂਦੇ ਆ ਤੇ ਉੱਥੇ ਬਚਨ ਹੁੰਦਾ ਕਿ 10ਵੇਂ ਜਾਮੇ ਦੇ ਵਿੱਚ ਤੇਰੇ ਘਰ ਆਵਾਂਗੇ। ਸੋ ਉੱਥੇ ਪਟਨਾ ਸਾਹਿਬ ਜਿਸ ਅਸਥਾਨ ਤੇ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦਾ ਸੋ ਪ੍ਰਕਾਸ਼ ਹੁੰਦਾ, ਉਹ ਪਹਿਲੇ ਜਾਮੇ ਦੇ ਵਿੱਚ ਬਚਨ ਹੁੰਦੇ ਆ। ਇਸ ਤੋਂ ਮਗਰੋਂ ਭਾਈ ਗੁਰਦਾਸ ਦੀ ਬਾਣੀ ਦੇ ਵਿੱਚ ਵੀ ਹਵਾਲਾ ਆਉਂਦਾ ਆ ਕਿ ਜਦੋਂ ਸਿੱਖਾਂ ਨੇ ਪੁੱਛਿਆ ਸੀ, ਪੁੱਛਣ ਸਿੱਖ ਅਰਦਾਸ ਕਰ 6 ਮਹਿਲਾਂ ਤੇ ਤੱਕ ਦਰਸ ਨਿਹਾਰੀ, ਅਗਮ ਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣੋ ਸੰਸਾਰੀ, ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਇਹ 6ਵੇਂ ਪਾਤਸ਼ਾਹ ਦੇ ਵੇਲੇ ਗੱਲ ਪੁੱਛੀ ਗਈ ਸੀ। 6ਵੇਂ ਪਾਤਸ਼ਾਹ ਜੀ ਨੇ ਜਵਾਬ ਦਿੱਤਾ, ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਜੁਗ means two and two, jug jug, there will be 4 Guru Sahibans to follow after me। so Guru Nanak Dev Ji ਜੋ ਹਨ ਉਹੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਨ। ਗੁਰੂ ਗੋਬਿੰਦ ਸਿੰਘ ਜੀ ਜੋ ਲੈ ਕਰਕੇ ਆਉਂਦੇ ਜਿਹੜਾ ਪੰਥ ਖਾਲਸਾ ਉਹ ਸਿਰਜਦੇ ਆ, it is not at all different to what Sri Guru Nanak Dev Ji came for। in Japji Sahibs, the meanings of Japji Sahib are so vast that they are said to be the complete summary of Sri Guru Granth Sahib Ji। ਤੇ ਜੇ ਜਪਜੀ ਸਾਹਿਬ ਦਾ ਕੋਈ ਇੱਕ ਅਰਥ ਨਹੀਂ ਹੁੰਦਾ, ਜਪਜੀ ਸਾਹਿਬ ਦੀ ਇੱਕ ਇੱਕ ਪੰਕਤੀ ਦੇ ਬਹੁਤ ਜ਼ਿਆਦਾ ਅਰਥ ਹੁੰਦੇ ਆ। ਇਸੇ ਤਰੀਕੇ ਦੇ ਨਾਲ ਸਿੱਧ ਬਾਬੇ ਗੁਰੂ ਨਾਨਕ ਦੇਵ ਜੀ ਨੂੰ ਪੁੱਛਦੇ ਆ ਕਿ ਮਹਾਰਾਜ ਤੁਹਾਡੇ ਪੰਥ ਦਾ ਭਵਿੱਖ ਕੀ ਆ, ਤੁਹਾਡੀ ਉਮਰ ਛੋਟੀ, you are but a child, you have only brought by Bala and Mardana with you, it does not seem like you have many followers, what chance do you have on this earth ਜਿੱਥੇ already there are so many religions, how will this religion unfold। ਉੱਥੇ ਗੁਰੂ ਮਹਾਰਾਜ ਜੀ ਕਹਿੰਦੇ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵ ਹੈ ਦਰਗੇ ਮਾਨ। ਪੰਜ ਪ੍ਰਵਾਨ ਜਿਹੜੇ 5 ਪਿਆਰੇ ਸੋ
किस तरीके दे नाल प्रवान होवेंगे पंच प्रधान जिस वेले पंजा बाणियां दा नितनेम कर करके प्रवान होणगे ते फिर वो प्रधान होणगे गुरु महाराज जी की हजूरी विच पंचे पावह दरगह मान वो पंज प्यारे फिर गुरु ग्रंथ साहिब जी महाराज जी की दरगाह दे विच सो मान पाउणगे गुरु ग्रंथ साहिब जी की हजूरी विच ना तो कोई संत ना कोई होर कोई भी सो गद्दी लै करके या आसन ला के या किसी हैसियत दे नाल भी बह सकदा केवल तो केवल निमाणे सिख बन के बह सकते हैं but if anyone carries authority in Guru Maharaj Ji's darbar that is the panj pyare when they prepare amrit or otherwise ਤੇ ਉਹ ਜਪਜੀ ਸਾਹਿਬ ਦੇ ਵਿੱਚ ਗੁਰੂ ਮਹਾਰਾਜ ਜੀ ਉਹ ਸਿਧਾਂਤ ਪਹਿਲਾਂ ਹੀ ਬਖਸ਼ ਦਿੰਦੇ ਆ ਸੋ ਇਹ ਪੰਜ ਪ੍ਰਧਾਨੀ ਖਾਲਸੇ ਦੇ ਰਾਜ ਦਾ ਸੋ ਇਸ ਤਰੀਕੇ ਦੇ ਨਾਲ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਦਸਮ ਦਾ ਮੂਲ ਮੰਗਲ ਹੈ ਸੋ ਦਸਮ ਦੇ ਆਰੰਭ ਦੇ ਵਿੱਚ ਸੋ ਜਾਪ ਸਾਹਿਬ ਜੀ ਦੇ ਆਰੰਭ ਦੇ ਵਿੱਚ ਵੀ ਵਾਹਿਗੁਰੂ ਜੀ ਕੀ ਫਤਿਹ ਦਾ ਮੰਗਲ ਕੀਤਾ ਜਾਂਦਾ ਆ ਤੇ ਵਿਘਨ ਵਿਨਾਸ਼ਨ ਸੋਏ that this mangal and mangal means invocation mangal means joy or happiness traditionally this is what poets have done before they begin anything so doing this mangal of Gurbani Kavi Santokh Singh ji is professing he is declaring that my bharosa my vishwas is in Gurbani no matter what so saying that so they progress सो एक ओंकारा सतगुरु तेह प्रसाद सच होए वाहिगुरु जी की फतेह विघ्न विनाशन सोए that is the first मंगल that they do ਉਹਦੇ ਵਿੱਚ ਉਹਨਾਂ ਨੇ ਨਿਰਣਾ ਕਰ ਦਿੱਤਾ ਕਿ ਮੈਂ ਸਿੱਖ ਹਾਂ ਮੈਂ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਅੰਮ੍ਰਿਤ ਛਕਿਆ ਆ ਤੇ ਮੈਂ ਸਿੱਖ ਹਾਂ ਹੁਣ ਜੋ ਗਾਹਾਂ ਜਿਹੜਾ ਮੰਗਲ ਕਰਨ ਲੱਗੇ ਆ ਜੇ ਉਹ ਮੋਟੀ ਦ੍ਰਿਸ਼ਟੀ ਨਾਲ ਵੇਖੀਏ ਤਾਂ ਇਹ ਕਿਸੇ ਦੇਵੀ ਦੀ ਉਪਾਸਨਾ ਵੀ ਆਪਾਂ ਸਮਝ ਸਕਦੇ ਹਾਂ पर जे गहराई नाल देखिए if we see with depth what they're doing those of us that have been educated in the Western system from a GCSE level when you study English we're taught that a poem can mean certain things and we're taught that certain things are metaphors similes etc in that same way Indian poetry works in that same way and sometimes when we see something in front of us and we're not familiar with it, we won't understand it. But just like when we study any piece of literature, we look at the person's background, we look at the environment that they wrote the thing in. Obviously this year, the anniversary of the World War, so especially in schools is being taught, so World War I and World War II poetry. And they looked that those soldiers were in the trenches and what was going around them and then the poetry that came out of them so we look at everything to understand what something means ਇਦਾਂ ਹੀ ਹੁਣ ਆਪਾਂ ਇਹ ਤਾਂ ਵੇਖ ਲਿਆ ਕਿ ਕਵੀ ਜੀ ਸਿੱਖਿਆ ਹੁਣ ਕੇਵਲ ਤੇ ਕੇਵਲ ਸੋ ਉਹ ਕਵੀਆਂ ਦੀ ਮਰਿਆਦਾ ਪੂਰੀ ਕਰਨ ਵਾਸਤੇ ਸੋ ਇਹ ਬਾਕੀ ਇਹ ਮੰਗਲ ਪਹਿਲਾ ਜਿਹੜਾ ਇਹ ਮੰਗਲ ਆ ਸੋ ਇਹ ਆਰੰਭ ਕਰਦੇ ਆ this mangal too is calling out to Akal Purkh Vaheguru is invoking Vaheguru for Vaheguru ji's help but the way it's written it approaches Vaheguru in a way that Vaheguru is feminine and ਗੁਰਸਿੱਖੀ ਦੇ ਵਿੱਚ ਇਹ ਆਉਂਦਾ ਆ ਕਿ ਉਹ ਜਿਹੜਾ ਪਰਮੇਸ਼ਰ ਆ ਦਸਮ ਪਾਤਸ਼ਾਹ ਜੀ ਅਕਾਲ ਉਸਤਤ ਵਿੱਚ ਲਿਖਦੇ ਆ ਕਿ ਉਹ ਨਾ ਨਰ ਹੈ ਨਾ ਨਾਰ ਹੈ ਉਹ ਪਰਮੇਸ਼ਰ ਨਾ ਤਾਂ ਹੀ ਉਹ ਬੰਦਿਆਂ ਦੇ ਸ਼੍ਰੇਣੀ ਵਿੱਚ ਆ ਸਕਦਾ ਤੇ ਨਾ ਹੀ ਔਰਤਾਂ ਦੇ ਵਿੱਚ ਪਰ ਨਿਰੰਕਾਰ ਨੂੰ ਜਾਂ ਔਰਤ ਕਹਿਣਾ ਜਾਂ ਮਰਦ ਕਹਿਣਾ ਇਹਦੇ ਵਿੱਚ ਕੋਈ ਗਲਤੀ ਨਹੀਂ ਆ ਸੋ ਇਸੇ ਤਰੀਕੇ ਦੇ ਨਾਲ ਕਵੀ ਜੀ ਇਹ ਮੰਗਲ ਆਰੰਭ ਕਰਦੇ ਆ तीनों लोक वरदानी तीनों जाचे महारानी दा ओ परमेश्वर की जड़ी शक्ति है दा power of Vaheguru is so great that it can bestow gifts to all the three worlds. So that is this world that we're living on, the afterlife, so the heaven and the hell we can say, just Surglok, the world above us or the world below us, jinu patal, so Japji Sahib vich kya aaya ਜਿਹੜਾ ਇਹ ਮਾਤ ਲੋਕ ਆ तीनों लोक वरदानी तीनों जाचे महारानी that all free people from these worlds and all the demigods they all ask from Akal Purkh Vaheguru तीनों ताप हानियाद तीनों गुण मंडका that Vaheguru is so powerful, he is so supreme that ਜਿਹੜੇ ਤਿੰਨੇ ਤਾਪ ਸੀਗੇ ਆਦਿ ਵਿਆਦਿ ਤੇ ਉਪਾਦੀ so the three problems that we could have mentally, spiritually, problems of the mind or man de, vani de, sharir de, jinne bhi taap ya ਉਹ ਪਰਮੇਸ਼ਰ ਵਿੱਚ ਸ਼ਕਤੀ ਆ ਕਿ ਉਹ ਹਰ ਸਕਦੇ ਆ ਆਦ तीनों गुण मंडका
ਤਾਂ this whole word came out of ਕੀਤਾ ਪਸਾਓ ਇੱਕੋ ਕਵਾਓ, that ਵਾਹਿਗੁਰੂ said that ਮੈਂ ਇੱਕ ਬਚਨ ਤੋਂ ਇੱਕ ਤੋਂ ਬਹੁਤੇ ਰੂਪ ਹੋ ਜਾਵਾਂ. So in Japji Sahib it goes on to say ਏਕਾ ਮਾਈ ਜੁਗਤ ਵਿਆਈ ਤਿਨ ਚੇਲੇ ਪ੍ਰਵਾਨ.